15 साल से कांग्रेस की सरकार है, वो पीने तक का पानी नहीं मिला। ਸਾਨੂੰ ਹੁਣੇ ਪਤਾ ਲੱਗਿਆ ਸੀ ਵੀ ਇਹ ਜਿਹੜੇ ਹੈਗੇ ਆ ਸਿੱਧੂ ਭਰਾ ਉਰੇ ਪਾਈਪਲਾਈਨ ਦਬਵਾ ਰਹੇ ਆ ਜੀ, ਤੇ ਅਸੀਂ ਉਸੇ ਟਾਈਮ ਪਹੁੰਚੇ ਆ ਜੀ। 15 ਸਾਲ 'ਚ ਇਹਨਾਂ ਨੇ ਕੋਈ ਪਾਣੀ ਨਹੀਂ ਦਿੱਤਾ, ਕੋਈ ਕੁਝ ਨਹੀਂ ਦਿੱਤਾ। ਹੁਣ ਪਰਸੋਂ ਨੂੰ ਆਪਣੀਆਂ ਇਲੈਕਸ਼ਨ ਹੈ ਤੇ ਅੱਜ ਇਹ ਜਿਹੜੀ ਹੈਗੀ ਆ ਪਾਈਪਲਾਈਨ ਪਵਾ ਰਹੇ ਆ। ਕਹਿੰਦੇ ਜੇ ਤੁਸੀਂ ਇੱਥੇ ਅਸੀਂ ਝਗੜਾ ਕਰੋਗੇ ਜੇਕਰ ਤੁਸੀਂ ਸਾਡੇ ਕੰਮਾਂ ਨੂੰ ਰੋਕੋਗੇ। ਵੀਡੀਓਜ਼ ਵੀ ਪਈਆਂ ਨੇ ਕਲੋਨੀ ਦੇ ਵਿੱਚ ਦੀਆਂ, ਜਿਹੜਾ ਸਿਰਫ ਆਜ਼ਾਦ नगर ਤੋਂ ਥੋੜਾ ਜਿਹਾ ਐਂਟਰੀ ਆਨ ਕਰਦੇ हैं तो थोड़ी सी सड़क पक्की है। 1 इंची का पाइप से पूरी कॉलोनी का पानी निकल जाएगा? नहीं निकल सकता। सॉल्यूशन ये नहीं है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਹਾਂ ਕੁਲਦੀਪ ਸਿੰਘ। ਵਿਧਾਨ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ, ਵੱਖ-ਵੱਖ ਹਲਕਿਆਂ ਦੇ ਵਿੱਚ ਜਿੱਥੇ ਵੋਟਾਂ ਨੂੰ ਲੈ ਕੇ ਚੋਣ ਪ੍ਰਚਾਰ ਚੱਲ ਰਿਹਾ, ਪਰ ਉੱਥੇ ਹੀ ਕੁਝ ਸੱਤਾਧਾਰੀ ਪਾਰਟੀ ਦੇ ਕੁਝ ਲੀਡਰਾਂ ਵੱਲੋਂ, ਉਮੀਦਵਾਰਾਂ ਵੱਲੋਂ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣ ਜ਼ਾਬਤੇ ਲੱਗੇ ਹੋਣ ਦੇ ਬਾਵਜੂਦ ਵੀ ਚੋਣ ਜ਼ਾਬਤੇ ਦੀਆਂ ਉਲੰਘਣਾ ਕੀਤੀਆਂ ਜਾ ਰਹੀਆਂ। ਅਸੀਂ ਹਲਕਾ ਮੋਹਾਲੀ ਦੇ ਵਿੱਚ ਖੜੇ ਹਾਂ, ਸ਼ਹਿਰ ਮੋਹਾਲੀ 'ਚ। ਇੱਥੇ ਜਿਹੜੇ ਸਾਬਕਾ ਸਿਹਤ ਮੰਤਰੀ ਔਰ ਮੌਜੂਦਾ ਵਿਧਾਇਕ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਹਲਕਾ, ਇਸ ਹਲਕੇ ਦੇ ਵਿੱਚ ਅੰਬੇਡਕਰ ਕਲੋਨੀ 'ਚ ਅਸੀਂ ਪਹੁੰਚੇ ਹਾਂ, ਜਿੱਥੇ ਕਿ ਲੋਕ ਇਕੱਠੇ ਹੋਏ ਆ। ਲੋਕਾਂ ਨੇ ਦੱਸਿਆ ਕਿ ਇੱਥੇ ਪਿਛਲੇ 15 ਸਾਲ ਤੋਂ ਜਿਹੜੀ ਇਹ ਪੀਣ ਵਾਲੇ ਪਾਣੀ ਦੀ ਇੱਕ ਪਾਈਪਲਾਈਨ ਨਹੀਂ ਹੈਗੀ, ਔਰ ਅੱਜ ਅਚਾਨਕ ਕੁਝ ਬੰਦੇ ਸੱਤਾਧਾਰੀ ਪਾਰਟੀ ਦੇ ਇੱਥੇ ਆਏ ਤੇ ਉਹਨਾਂ ਨੇ ਭੇਜੇ ਤੇ ਇੱਥੇ ਇੱਕ ਪਾਈਪਲਾਈਨ ਫਟਾਫਟ ਪੱਟ ਕੇ ਪਾਈਪ ਪਾਉਣੀ ਸ਼ੁਰੂ ਕਰ ਦਿੱਤੀ। ਪਾਈਪ ਤਾਂ ਜੇ ਪਈ ਨਹੀਂ, ਪਰ ਲੋਕ ਇਕੱਠੇ ਹੋ ਗਏ, ਦੂਜੀ ਪਾਰਟੀਆਂ ਦੇ ਲੋਕ ਵੀ ਇਕੱਠੇ ਹੋ ਗਏ ਕਿ ਵੀ ਇੱਥੇ ਜਿਹੜਾ ਚੋਣ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਈਪ ਪੱਟਣ ਵਾਸਤੇ, ਪਾਈਪ ਦੱਬਣ ਵਾਸਤੇ ਇੱਕ ਇੱਥੇ ਖਾਈ ਜਿਹੜੀ ਪੂਰੀ ਪੱਟ ਦਿੱਤੀ ਗਈ ਹੈ। ਲੋਕਾਂ ਨੇ ਇੱਥੇ ਗੱਲਬਾਤ ਅਸੀਂ ਕਰ ਰਹੇ ਹਾਂ, ਤੁਹਾਨੂੰ ਦਿਖਾਵਾਂਗੇ ਕਿ ਲੋਕ ਦੱਸ ਰਹੇ ਕਿ ਪਿਛਲੇ 5 ਸਾਲ 'ਚ ਜਾਂ 15 ਸਾਲ 'ਚ ਇੱਥੇ ਮੋਹਾਲੀ ਦੇ ਇਸ ਅੰਬੇਡਕਰ ਕਲੋਨੀ ਦੇ ਵਿੱਚ ਜਾਂ ਕਿਸੇ ਹੋਰ ਕਲੋਨੀ ਦੇ ਵਿੱਚ ਸਿਹਤ ਮੰਤਰੀ ਵੀ ਸੀਗੇ, ਹਲਕਾ ਦੇ ਵਿਧਾਇਕ ਜਿਹੜੇ ਮੌਜੂਦਾ ਇੱਥੇ ਦੇ ਸੀਗੇ ਉਹ ਸਿਹਤ ਮੰਤਰੀ ਵੀ ਰਹਿ ਚੁੱਕੇ, ਲੇਕਿਨ ਸਿਹਤ ਮੰਤਰੀ ਦੇ ਸ਼ਹਿਰ ਦੀਆਂ ਕਲੋਨੀਆਂ ਦੇ ਵਿੱਚ ਨਾ ਤਾਂ ਕੋਈ ਡਿਸਪੈਂਸਰੀ, ਨਾ ਕੋਈ ਮੋਬਾਈਲ ਡਿਸਪੈਂਸਰੀ ਤੇ ਜਾਂ ਕੋਈ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ। ਲੇਕਿਨ ਹਰੇਕ ਕਲੋਨੀ ਦੇ ਵਿੱਚ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹ ਗਏ ਆ। ਲੋਕ ਬੜੇ ਪਰੇਸ਼ਾਨ ਆ। ਲੋਕਾਂ ਨੇ ਅੱਜ ਸਾਨੂੰ ਉੱਥੇ ਦੱਸਿਆ ਸੀ, ਤੁਹਾਨੂੰ ਲੋਕਾਂ ਦੇ ਮੂੰਹੋਂ ਵੀ ਸੁਣਾਉਂਦੇ ਆ ਕਿ ਸ਼ਰਾਬ ਦੇ ਠੇਕੇ ਤਾਂ ਖੁੱਲ੍ਹ ਗਏ, ਪੀਣ ਦਾ ਪਾਣੀ ਜਿਹੜਾ ਉਹਦੀ ਸਮੱਸਿਆ, ਗਲੀਆਂ ਦੀ ਸਮੱਸਿਆ। ਕੋਈ ਇੱਧਰ ਅੰਬੇਡਕਰ ਕਲੋਨੀ ਦੀ ਹਾਲਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਟੁੱਟੀਆਂ ਗਲੀਆਂ ਔਰ ਮੀਂਹ ਦੇ ਵਿੱਚ ਬੁਰੀ ਹਾਲਤ ਹੋ ਜਾਂਦੀ, ਨਰਕ ਬਣ ਜਾਂਦੀ ਜ਼ਿੰਦਗੀ ਗਰੀਬ ਪਰਿਵਾਰਾਂ ਦੇ ਨਾਲ ਜਿਹੜੇ ਸੰਬੰਧਿਤ ਲੋਕ ਹੈ। ਸ਼ਰਾਬ ਦੇ ਠੇਕੇ ਤਾਂ ਖੁੱਲ੍ਹ ਗਏ, ਪਰ ਡਿਸਪੈਂਸਰੀ ਜਾਂ ਪੀਣ ਵਾਲੇ ਪਾਣੀ ਦੀ ਜਿਹੜੀ ਸਹੂਲਤ ਉਹ ਇਹਨਾਂ ਦੀ ਲੋਕਾਂ ਦੀ ਜ਼ਰੂਰਤ ਮੁਤਾਬਕ ਨਹੀਂ ਹੈ। ਅਸੀਂ ਤੁਹਾਡੀ ਲੋਕਾਂ ਦੇ ਨਾਲ ਗੱਲ ਕਰਾਉਂਦੇ 1 ਬਾਈ 1 ਕਰਕੇ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਹੈ। ਔਰ ਚੋਣ ਜ਼ਾਬਤੇ ਦੀ ਉਲੰਘਣਾ ਸਭ ਤੋਂ ਵੱਡੀ ਗੱਲ ਜਿਹੜੀ ਹੈ, ਇਹ ਲੋਕ ਦੱਸ ਰਹੇ ਕਿ ਚੋਣ ਜ਼ਾਬਤੇ ਦੀ ਅੱਜ ਉਲੰਘਣਾ ਹੋਈ ਹੈ। ਜਿਹੜੇ ਸੱਤਾਧਾਰੀ ਧਿਰ ਦੇ ਜਿਹੜੇ ਬੰਦੇ ਇੱਥੇ ਪਾਈਪ ਦਬਵਾਉਣ ਵਾਸਤੇ ਆਏ ਸੀ, ਉਹ ਫਿਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਇੱਥੋਂ ਫਿਲਹਾਲ ਭੱਜ ਗਏ ਆ। ਇਹ ਅੰਬੇਡਕਰ ਕਲੋਨੀ ਹੈ ਜੀ। ਮੇਰਾ ਨਾਮ ਤਰਲੋਚਨ ਸਿੰਘ ਬੈਦਵਾਨ, ਤੇ ਸਾਨੂੰ ਹੁਣੇ ਪਤਾ ਲੱਗਿਆ ਸੀ ਵੀ ਇਹ ਜਿਹੜੇ ਹੈਗੇ ਆ ਸਿੱਧੂ ਭਰਾ ਉਰੇ ਪਾਈਪਲਾਈਨ ਦਬਵਾ ਰਹੇ ਆ ਜੀ, ਤੇ ਅਸੀਂ ਉਸੇ ਟਾਈਮ ਪਹੁੰਚੇ ਆ ਜੀ। 15 ਸਾਲ ਹੋ ਗਏ ਜੀ ਇਹਨਾਂ ਨੂੰ, ਹੈ ਜੀ। ਆ ਅੰਬੇਡਕਰ ਕਲੋਨੀ ਹੈ ਜੀ, ਅੰਬੇਡਕਰ ਕਲੋਨੀ ਆ। 15 ਸਾਲ 'ਚ ਇਹਨਾਂ ਨੇ ਕੋਈ ਪਾਣੀ ਨਹੀਂ ਦਿੱਤਾ, ਕੋਈ ਕੁਝ ਨਹੀਂ ਦਿੱਤਾ। ਹੁਣ ਪਰਸੋਂ ਨੂੰ ਆਪਣੀਆਂ ਇਲੈਕਸ਼ਨ ਹੈ ਤੇ ਅੱਜ ਇਹ ਜਿਹੜੀ ਹੈਗੀ ਆ ਪਾਈਪਲਾਈਨ ਪਵਾ ਰਹੇ ਆ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਾਰੇ ਕੰਮ ਬੰਦ ਨੇ, ਇਸ ਕਰਕੇ ਇਹ ਜਿਹੜਾ ਹੈਗਾ ਇਹ ਕੰਮ ਅਨਲੀਗਲੀ ਤੌਰ ਤੇ ਕਰ ਰਹੇ ਆ ਜੀ। ਸਿਰਫ ਵੋਟਾਂ ਲੈਣ ਵਾਸਤੇ ਕਰ ਰਹੇ ਆ। 15 ਸਾਲਾਂ 'ਚ ਇਹਨਾਂ ਨੇ ਇੱਥੇ ਆ ਕੇ ਪੈਰ ਨਹੀਂ ਪਾਇਆ। ਤੁਸੀਂ ਦੇਖ ਲਓ, ਇੱਥੇ ਲੰਘ ਨਹੀਂ ਹੁੰਦਾ। ਜਦੋਂ ਕੋਈ ਮੀਂਹ ਪੈ ਜੇ, ਕੁਛ ਹੋਰ ਪੈ ਜੇ, ਪਾਣੀ ਇਹਨਾਂ ਕੋਲੇ ਨਹੀਂ, ਟੋਇਲਟ ਇਹਨਾਂ ਕੋਲੇ ਨਹੀਂ, ਘਰ ਇਹਨਾਂ ਦਾ ਬੁਰਾ ਹਾਲ ਹੈ। ਤੇ ਆ ਹੁਣ ਉਹਨਾਂ ਨੂੰ ਆਪਣੀ ਬਖਲਾਟ ਨੂੰ ਦੇਖਦੇ ਹੋਏ ਸਿੰਗਰ ਵੀ ਲਵਾ ਲਏ ਉਹਨਾਂ ਨੇ 25-30 ਲੱਖ ਰੁਪਈਆ ਖਰਚ ਕਰਕੇ, ਉਹ ਵੀ ਸਾਰਾ ਕੁਝ ਕਰਕੇ ਦੇਖ ਲਿਆ। ਹੁਣ ਆ ਨਵਾਂ ਕੰਮ ਕਰਨ ਲੱਗੇ ਆ ਜੋ ਬਿਲਕੁਲ ਸ਼ਰੇਆਮ ਚੋਣ ਜ਼ਾਬਤੇ ਦੀ ਲੰਘਣਾ ਜੀ, ਬਿਲਕੁਲ ਸ਼ਰੇਆਮ ਚੋਣ ਜ਼ਾਬਤੇ ਦੀ ਲੰਘਣਾ ਜੀ। ਕਹਿਤ ਇਹਨਾਂ ਨੂੰ ਅਸੀਂ ਕੰਪਲੇਂਟ ਚੋਣ ਕਮਿਸ਼ਨ ਨੂੰ ਭੇਜ ਚੁੱਕੇ ਹਾਂ ਜੀ। ਅੰਬੇਦਕਰ ਕਲੋਨੀ ਦੇ ਵਿੱਚ ਸਿੱਧੂਆਂ ਦੇ ਬੰਦੇ ਇੱਥੇ ਆ ਕੇ JBC ਮਸ਼ੀਨ ਲਿਆ ਕੇ ਪਾਈਪ ਪਾਉਣ ਲਈ ਰਸਤਾ ਪੱਟਣ ਲੱਗ ਗਏ। ਜਦ ਕਿ ਕਲੋਨੀ 'ਚ ਵਿਆਹ ਵੀ ਹੈ ਕਿਸੇ ਪਰਿਵਾਰ ਦੇ, ਉਹਨੇ ਵੀ ਇਤਰਾਜ਼ ਕੀਤਾ ਵੀ ਸਾਡਾ ਵਿਆਹ ਤੁਸੀਂ ਇਹ ਨਾ ਪੱਟੋ। ਫਿਰ ਵੀ ਇਹ ਕਿਸੇ ਨਾ ਕਹਿਣਾ ਮੰਨਦੇ ਹੋਏ ਇੱਥੇ ਲਾਈਨ ਪਟਵਾਈ ਹੈਗੀ, ਕਹਿੰਦੇ ਪਾਣੀ ਦੀ ਲਾਈਨ ਦੱਬੂਗੇ। ਜਦ ਕਿ ਚੋਣ ਹਦਾਇਤਾਂ ਮੁਤਾਬਕ ਅਜੇ ਕੋਈ ਕੰਮ ਨਹੀਂ ਹੋ ਸਕਦਾ। ਜਦ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ 21 ਤੋਂ ਬਾਅਦ ਕਰ ਲਓ, ਉਸ ਤੋਂ ਬਾਅਦ ਉਹ ਭੱਜ ਗਏ। ਹਰੇ ਕਹਿ ਗਏ, ਕਹਿੰਦੇ ਜੇ ਤੁਸੀਂ ਇੱਥੇ ਅਸੀਂ ਝਗੜਾ ਕਰੋਗੇ ਜੇਕਰ ਤੁਸੀਂ ਸਾਡੇ ਕੰਮਾਂ ਨੂੰ ਰੋਕੋਗੇ। ਇਸ ਕਰਕੇ ਸਾਡੀ ਇਹ ਖਾਸ ਹਦਾਇਤ ਹੈ ਵੀ ਇਹਨਾਂ ਕਲੋਨੀਆਂ 'ਚ ਬਕਾਇਦਾ ਸਪੈਸ਼ਲ ਪੁਲਿਸ ਫੋਰਸ ਲਾਈ ਜਾਵੇ
ਹਰ ਇਹਨਾਂ ਦਾ ਜੋ ਇਰਾਦੇ ਹੈ ਅੰਦਰਲੇ ਉਹ ਮਾੜੇ ਹੈਗੇ। ਵੋਟਾਂ ਬਟੋਰਨ ਖਾਤਰ ਇਹ ਕੋਈ ਵੀ ਹੱਦ ਤੱਕ ਜਾ ਸਕਦੇ ਨੇ। ਇਹ ਤੁਹਾਡੇ ਸਾਹਮਣੇ ਹੀ ਹੈਗਾ ਜੋ ਪੱਟਿਆ ਹੋਇਆ ਹੈਗਾ, ਤਾਜ਼ਾ ਪੱਟਿਆ ਹੋਇਆ 10 ਮਿੰਟ ਪਹਿਲਾਂ ਪੱਟਿਆ। ਸਾਨੂੰ ਜਿਸ ਗੱਲ ਦੀ ਇਤਲਾਹ ਮਿਲੀ ਹੈ ਅਸੀਂ ਆ ਕੇ ਕੰਮ ਰੁਕਵਾਇਆ ਔਰ ਇਸ ਗੱਲ ਤੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੈਗੇ, ਪਰ ਉਹ ਝਗੜਾ ਕਰਨ ਤੋਂ ਉਤਰਿਆ ਹੀ ਸੀ। ਅਸੀਂ ਫਿਰ ਵੀ ਨਰਮਾਈ ਵਰਤਦੇ ਹੋਏ ਅਸੀਂ ਚੋਣ ਕਮਿਸ਼ਨ ਨੂੰ ਹਦਾਇਤ ਭੇਜੀ ਹੈ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਵੀ ਮੋਹਾਲੀ ਦੀ ਸਾਰੀ ਕਲੋਨੀਆਂ ਵਿੱਚ ਵੱਧ ਤੋਂ ਵੱਧ ਪੁਲਿਸ ਫੋਰਸ ਲਾਈ। ਅੱਜ ਹੀ ਦੇਖ ਰਹੀ ਹਾਂ ਪਾਈਪਲਾਈਨ ਵੀ ਪੈ ਰਹੀ ਹੈ ਚੋਣ ਜ਼ਬਤ ਤੋਂ ਬਾਅਦ ਵੀ। ਅੱਜ ਪਾਈਪਲਾਈਨ ਵੀ ਪੈ ਰਹੀ ਹੈ। ਮੈਂ ਉਰੇ ਇੱਕ ਡੋਰ ਟੂ ਡੋਰ ਕਰਨ ਆ ਰਹੀ ਹਾਂ ਤੇ ਮੇਰੇ ਕੋਲ ਵੀਡੀਓਜ਼ ਵੀ ਪਈਆਂ ਨੇ ਕਲੋਨੀ ਦੇ ਵਿੱਚ ਦੀਆਂ। ਜਿਹੜਾ ਸਿਰਫ ਆਜ਼ਾਦ ਨਗਰ ਤੋਂ ਥੋੜਾ ਜਿਹਾ ਐਂਟਰੀ ਆਨ ਕਰਦੇ ਆ ਤਾਂ ਥੋੜੀ ਜਿਹੀ ਸੜਕ ਪੱਕੀ ਹੈ, ਬਾਕੀ ਰਾਮਨਾਥ ਜੀ ਦੇ ਘਰ ਤੱਕ ਉਸ ਤੋਂ ਤੁਸੀਂ ਅੰਦਰ ਵੜ ਨਹੀਂ ਸਕਦੇ ਜੀ। ਏਡੀ ਏਡੀ ਨਾਲੀਆਂ, ਛੋਟੀ ਛੋਟੀ ਨਾਲੀਆਂ, ਉਹਦੇ ਵਿੱਚ ਗਲੀਆਂ ਦੇ ਵਿੱਚ ਨਾਲੀਆਂ ਹੈ। ਇੰਨੇ ਨੇ ਘਰ ਹੈ, ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਪਿਆ ਹੋਇਆ, ਇੰਨਾ ਗੰਦਾ ਪਾਣੀ। ਮੈਂ 3-4 ਦਿਨ ਤੋਂ ਉਹਨੇ ਡੋਰ ਟੂ ਡੋਰ ਕਰਨ ਜਾ ਰਹੀ ਹਾਂ। ਮੈਂ ਉਹ ਲੇਡੀਜ਼ਾਂ ਨਾਲ ਗੱਲ ਕੀਤੀ, ਮੈਂ ਕਿਹਾ ਸਾਡੇ ਕੋਲ ਇਧਰ ਕਿਆ ਫੈਸਿਲਿਟੀਜ਼ ਹੈਗੀ ਹੈ ਬਈ। ਇੰਨੇ ਸਾਲ ਹੋ ਗਏ ਇਹਨਾਂ ਨੂੰ ਮੰਤਰੀਆਂ ਨੂੰ ਬਣਦੇ ਹੋਏ, ਐਮਐਲਏ ਨੂੰ ਬਣਦੇ ਹੋਏ, ਇੰਨੀ ਸਰਕਾਰਾਂ ਆਉਂਦੀਆਂ ਜਾਂਦੀਆਂ ਤੇ ਤੁਸੀਂ ਬਈ ਕਿਆ ਮੈਂ ਲੋਕਾਂ ਤੋਂ ਮੈਂ ਨਹੀਂ ਬੋਲਦੀ ਕਿ ਤੁਸੀਂ ਕਿਹਨੂੰ ਵੋਟ ਪਾਣੀ ਹੈ। ਲੋਕੀ ਕਹਿੰਦੇ ਸੀ ਅਸੀਂ ਕਿ ਨਵਾਂ ਚਿਹਰਾ ਦੇਖਣਾ ਜਿਹੜਾ ਸਾਡੇ ਵਾਸਤੇ ਕੰਮ ਕਰੇ। ਕਹਿੰਦੇ ਸਾਰੇ आगे वोट ले गए, कहते देखो मैडम जी ये सुधार है। 15 साल से जीत के सिद्धू साहब एमएलए बने, हमारे सर पे बने। और सबसे बड़ी बात जो परसों इन्होंने स्पीच दी है अपनी, चरणजीत चन्नी जी ने, सीएम साहब ने, उसके लिए और भी लोग भड़क गए। कल भी मैंने डोर टू डोर किया और आज भी इस कॉलोनी के अंदर कोई शौचालय की सुविधा नहीं है, कोई टूटियाँ नहीं है, कोई पक्की गलियां नहीं है, कोई इतनी 3-4 हज़ार वोटें इस कॉलोनी के अंदर है, कोई यहाँ पे एक छोटी सी डिस्पेंसरी नहीं है। पता नहीं भाजी, मैं तो आप देख के बड़ी हैरान है कि भाई इंडे दिन तो जो काम इन्ने साल तो नहीं होया, अज अचानक परसों वोटिंग है 20 तरीक नूं ते अज हो रहा है। एक काम 5 साल पहला भी हो सकता सी, 10 साल पहला भी हो सकता सी, साल पहला भी हो सकता सी, महीने पहला भी हो सकता सी, पर अज ही क्यों? मेरा नाम संदीप कुमार है, मैं आज़ाद नगर से है। ठीक है, इस कॉलोनी में मैं मेरे इतने बंदे हैं, घर घर में जाता हूँ, इन लोगों के पास बैठता हूँ, देखता हूँ कि हाँ कॉलोनी की स्थिति क्या है। कल बारिश हो जाए आप कॉलोनी में खड़ नहीं सकते हो, एक एक गली कच्ची हैगी है। उससे पहले अभी मैं कल आया था इधर कॉलोनी में, तो मेरे को बोल रहे भैया ये क्या है, पानी देखो हमारे घर कीचड़ इतनी घरों में घुस जाती है उनके। तो आज इन्हें आज कल परसों चुनाव है और आज पाइपलाइन पड़ रही है, कहाँ से क्यों भाई? आचार संहिता लगी हुई है, 1 इंची का पाइप से पूरी कॉलोनी का पानी निकल जाएगा? नहीं निकल सकता। सॉल्यूशन ये नहीं है। ठीक है, अंदर सिचुएशन देखो, इतनी परेशान है लोग, इतने परेशान हैं कि बहुत ज़्यादा। कोई डिस्पेंसरी नहीं, एक मंत्री मतलब एक क्या बोलते हेल्थ मिनिस्टर रहते हुए 14-15 हज़ार की एक वो नहीं बनवा सकता क्या? यहाँ पे बनवा सकते हैं। कोई सुविधा, आज़ाद नगर में कोई डिस्पेंसरी नहीं, कॉलोनी में कोई डिस्पेंसरी नहीं, और गुरु नानक कॉलोनी में कोई डिस्पेंसरी नहीं। एक स्वास्थ्य मंत्री चाहे ना, जो चाहे वो हो सकता है, बैठे बैठाए हो सकता है उसके घर पे। ठीक है, डॉक्टर उसके डॉक्टर कॉलोनी क्या, हॉस्पिटल क्या, कॉलोनी के घर घर जाकर नहीं मरीज चेक कर सकते हैं। लेकिन ऐसा नहीं हुआ, क्यों? कि उन्होंने जनता की परवाह नहीं है, क्योंकि यहाँ गरीब मर रहा, मरने दो, कोई मतलब कोई मैटर नहीं है। कोई सुविधा नहीं है। एम्बुलेंस क्या है, एम्बुलेंस नहीं, आज मैं जाके देखता हूँ कि 6 फीस में 25 एम्बुलेंस कबाड़ में खड़ी हुई हैं, कोई सुविधा नहीं है उनमें। अगर थोड़ा थोड़ा पैसा लगा के वो चालू होकर एक एक कॉलोनी में लग सकती है। वो किसी में टायर नहीं है, किसी एम्बुलेंस में कुछ नहीं है। क्या है, एक स्वास्थ्य मंत्री चाहे ना, जो चाहे वो हो सकता है। ठीक है, 15 साल हो गए इन लोगों को। 5 साल तो अभी ये क्या नाम है, मंत्री हैं, एक स्वास्थ्य मंत्री हैं। ठीक है, क्यों नहीं किया ये उनकी जहन वो ही जाने। आगे भी वोट लेनी है इसलिए। इन्होंने मोहल्ला क्लिनिक तो नहीं दिया, लेकिन यहाँ पे शराब का ठेका जरूर दे दिया इन्होंने। हाँ, शराब का ठेका जरूर दे दिया इन्होंने कांग्रेस के राज में, क्योंकि इनका शराब का कारोबार है, पैसे इकट्ठे करने में लगे हुए हैं। लेकिन लोगों की तरफ कोई ध्यान नहीं। 25-30 लाख रुपए सिंगरों को तो दे रहे हैं, लेकिन कॉलोनी में जो बोर करवाना था, बड़ा बोर करवा देते, टैंकी लगा देते, पहले लगा देते। 15 साल वो एमएलए रहे हैं, 5 साल मंत्री रहे हैं, सब कुछ कर सकते थे। लेकिन विकास के नाम पे उन्होंने लोगों को, हमारे गाँव की तो 200 करोड़ की ज़मीन भी लेके वो, हमने तो ज़मीन भी उसको 200 करोड़ की दे दी। उनके अपने घर के नाम पे रजिस्ट्री है उनके, पर हमारा विकास नहीं किया, हमारा विनाश जरूर किया। इस बार ही हमारे लोगों ने मन बना लिया, कोई नवे चेहरे को देख रहे हैं। नशे का कारोबार कर रहे हैं, नशे का ठेका खोल रहे हैं, शराबा बन रहे हैं।
ਨਹੀਂ ਜੀ, ਸਿਹਤ ਸਹੂਲਤ ਕੋਈ ਨਹੀਂ ਦਈ। ਹਾਂ, ਸ਼ਰਾਬ ਦੇ ਠੇਕੇ ਘਰ ਘਰ ਦਾਰੂ ਜ਼ਰੂਰ ਪਹੁੰਚਾਤੀ ਇਹਨਾਂ ਨੇ, ਪਰ ਘਰ ਘਰ ਦਵਾਈ ਨਹੀਂ ਪਹੁੰਚੀ। ਹਾਂਜੀ। कॉलोनी से ही मैं बोल रहा हूँ कि हर चुनाव में बोलते हैं कि रोड बनाओगे। प्रदीप सिंह, यूपी का, कॉलोनी, अम्बेडकर कॉलोनी। रोड बोलते हैं, कभी चुनाव आता है बोलते हैं कि बनवाऊंगा, कभी बनवाए नहीं। कांग्रेस वाले बनवाएंगे, कभी बनवाए नहीं, कभी बनवाए नहीं, तो क्या फ़ायदा। कभी नहीं किया, कुछ भी नहीं किया। बोलते हैं लॉकडाउन में ये किया वो किया, कुछ नहीं किया। शराब का ठेका है कॉलोनी में, बस ठेका है। कुमार जी, इस कॉलोनी में ही रहता हूँ। तो इस कॉलोनी का इतना बदतर हालात है ना कि 15 साल से कांग्रेस की सरकार है, वो पीने तक का पानी नहीं मिला। आज इलेक्शन हुआ तो पता नहीं कहाँ से इनकी ये आ गई कि बस वो पानी के लिए नाली खुदवा रहे हैं और कह रहे हैं कि चंदा हम लोग क्या देंगे, हम लोग तो दिहाड़ी करने वाले आदमी, दिहाड़ी करके बच्चों को पालते हैं, चंदा कहाँ से देंगे। वो पैसे दे के खुदवा रहे हैं और कह रहे हैं कि चंदे के पैसे से हो रहा। तो हम लोग का ना इतना बदतर हालत है कि पीने के पानी तो छोड़ो, रास्ते का बुरा हाल, रेन का बुरा हाल। हम लोग को खाली याद किया जाता है कब, जब इलेक्शन आता है तब। उसके बाद जैसे इलेक्शन बीत जाएगा बोले अनलीगल कॉलोनी है जी, अनलीगल कॉलोनी है। और जब इलेक्शन आता है तो लीगल हो जाती है। डराते हैं, धमकाते ये हमें आज तक समझ नहीं आया, इसलिए 15 साल उसके साथ लगे रहे। अब इस बार हम लोग का मन बन चुका है, कुछ भी नहीं है जी, कुछ भी नहीं है, कुछ नहीं जी, कोई एम्बुलेंस नहीं है, कुछ भी नहीं है। हम लोग की आधी कमाई तो दवाई में चली जाती है, इस करके कि पीने का पानी सही नहीं मिलता है जी। कॉलोनी में शराब के ठेके जरूर है, एक पड़े हैं नहीं, शराब के ठेके जरूर रहेंगे, चाहे सेहत की कोई रहे या ना रहे। भैया जी, मैं आपको बताऊं, आप सुबह जाओ 6 फेस हॉस्पिटल में, मरीज लाइन लगा के, बारिश हो रही है ना, बारिश में मरीज पर्ची लेने के लिए खड़ा हुआ है, चाहे उसमें लेडीज प्रेग्नेंट है, चाहे बीमार है या कितना कोई है। ये नहीं आके देखने वाला नहीं होता कि डॉक्टर आके देख ले उसे कि हाँ भाई ये इसे ले। पहले बगैर पर्ची के कोई नहीं मिलने वाला है, ठीक है। अगर वो चाहे वो सुविधा भी दुरुस्त हो सकती है अगर वहाँ पे जाके देखा जाए तो, लेकिन सिद्धू साहब ने एक बार भी वहाँ पे जाके नहीं देखा कि गरीब आदमी लाइन में खड़ा हुआ है, प्रेग्नेंट लेडीजें लाइन में खड़ी हुई हैं। और लाइन में पता है कब खड़ा होना है, 6 बजे जाके सुबह, और पर्ची मिलती है 8 बजे से 12 बजे डॉक्टर आते हैं। एक स्वास्थ्य मंत्री रहते हुए इतना काम ना हुआ, क्या फ़ायदा फिर। ਇਹਨਾਂ ਨੇ ਜਿਹੜੀ ਚੋਣ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਵੀ ਲੋਕ ਕਰ ਰਹੇ ਆ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮੈਂ ਕੁਲਦੀਪ ਸਿੰਘ, ਧੰਨਵਾਦ।